6 जून ਨੂੰ ਇਹਨਾਂ ਨੇ ਫੇਰ ਇਹੀ ਕੁਝ ਕਰਨਾ। ਉਹ ਵੀ ਜ਼ਰੂਰ ਕਹੋ ਵੀ ਲੈ ਫਿਰ ਪੁੱਤ ਮੇਰੇ ਹੁਣ ਕਰਕੇ ਦਿਖਾਇਓ। ਐਤਕੀ ਇੱਕ ਵਾਰ ਇੱਥੋਂ ਇਹ ਐਲਾਨ ਕਰ ਦੋ ਕਿ ਪੁੱਤ ਮੇਰਿਓ 6 ਜੂਨ ਨੂੰ ਕੋਈ ਪੱਤਾ ਵੀ ਹਿੱਲ ਕੇ ਦਿਖਾਵੇ, ਜੇ ਫੇਰ ਵੀ ਹਿੱਲ ਗਿਆ ਫੇਰ ਅਸੀਂ ਤੁਹਾਨੂੰ ਕੋਈ ਲਾਂਭਾ ਨਹੀਂ ਦਿੰਦੇ। ਕਹਿੰਦਾ ਤਾਂ ਚਰਬੀ ਸੀ ਵੀ ਦਿੱਲੀ ਜਾ ਕੇ ਦਿਖਾਇਓ। ਜਿਹੜਿਆਂ ਨੂੰ ਨਸ਼ੇੜੀ ਕਹਿੰਦੇ ਸੀ, ਜਿਹੜਿਆਂ ਨੂੰ ਚਿੱਟੇ ਵਾਲੇ ਕਹਿੰਦੇ ਸੀ, ਫਿਰ ਉਹੀ ਭਜਾਇਆ ਕਿ ਨਹੀਂ, ਬਾਣੀ ਪਾਇਆ ਨਹੀਂ ਨੌਜਵਾਨਾਂ ਨੇ। ਆਪਾਂ ਇੱਕ ਦਬਾਅ ਬਣਾਈਏ ਕਿ ਇਹਨਾਂ ਦੇ ਗਨਮੈਨ ਹਟਾ ਦਈਏ ਯਾਰ, ਬਾਕੀ ਛੱਡੋ, ਬਾਕੀ ਕੌਮ ਨਜਿੱਠ ਲੈਂਦੀ ਹੁੰਦੀ ਹੈ। ਵੈਸੇ ਗਨਮੈਨਾਂ ਨਾਲ ਵੀ ਆਪਾਂ ਤਾਂ ਨਜਿੱਠਿਆ ਸਾਰਿਆਂ ਨਾਲ, ਕੋਈ ਬੜੀ ਗੱਲ ਨਹੀਂ। ਕਿ ਜਦੋਂ ਵੀ ਸਟੇਟ ਨਾਲ ਦਿੱਲੀ ਨਾਲ ਟਕਰਾਊਗੀ ਤਾਂ ਕੌਮ ਟਕਰਾਊਗੀ, ਕਦੇ ਯੂਨੀਅਨਾਂ ਸਟੇਟਾਂ ਨਾਲ ਨਹੀਂ ਟਕਰਾਉਂਦੀਆਂ ਹੁੰਦੀਆਂ। ਵਰਲਡ ਦੇ ਵਿੱਚ ਸਿੱਖ ਕੌਮ ਇੱਕੋ ਇੱਕ ਕੌਮ ਹੈ ਜਿਹਦੇ ਨਿਸ਼ਾਨ ਸਾਹਿਬ 176 ਦੇਸ਼ਾਂ ਝੂਲਦੇ ਨੇ। ਤੁਸੀਂ ਹਾਕ ਤਾਂ ਮਾਰ ਕੇ ਦੇਖੋ, ਤੁਸੀਂ ਤਾਂ ਹਾਕ ਹੀ ਨਹੀਂ ਮਾਰੀ ਕਦੇ ਕਿਸੇ ਸਿੰਘ ਸਾਹਿਬਾਨ ਨੇ ਵੀ ਆਓ ਅੱਜ ਲੋੜ ਹੈ। ਫਿਰ ਇਹ ਨੌਜਵਾਨ ਇਹਨਾਂ ਨੂੰ ਵੀ ਦਿਖਾ ਦੇਣਗੇ ਨੀਕਣ ਵਾਲਿਆਂ ਨੂੰ ਕਿ ਕੀ ਭਾਅ ਵਿਕਦੀ ਹੁੰਦੀ ਹੈ। ਏਕਤਾ ਕਰਕੇ ਜਿੱਤੇ ਹੈ और नरेंद्र मोदी पहली बार झुकिया और खालसा पंथ ने झुकाया। और ये जिहड़ी रड़क है ना, ये जिहड़ी स्टेट है, इहदे मन चों जांदी नहीं। मोहन भागवत और RSS और BJP नूं ये बिल्कुल भली भांत पता है कि जिन्ना चिर सिख कौम इस देश विच है उन्ना चिर हिंदू राष्ट्रता इत्थे ना बना सकते ने ते ना सिख कौम कदे बन दवूगी। इस गल दी तां गारंटी है। दूसरी गल ये कि जिहड़ी आपां अपने आप कही जाने कि साडी सिख नस्लकुशी कर देणगे, सिख नस्लकुशी नहीं कोई कर सकदा। सिख नस्लकुशी दे तां हुणे नेड़े तेड़े भी नहीं जा सकते। वर्ल्ड दे विच सिख कौम ਇੱਕੋ ਇੱਕ ਕੌਮ ਹੈ ਜਿਹਦੇ ਨਿਸ਼ਾਨ ਸਾਹਿਬ 176 ਦੇਸ਼ਾਂ ਝੂਲਦੇ ਨੇ। ਤੇ ਸਿੱਖਾਂ ਦਾ ਲੋਹਾ ਤਾਂ ਸਾਰਾ ਵਰਲਡ ਮੰਨ ਗਿਆ, ਤੇ ਇਹ ਫਿਰ ਕਿਹੜੇ ਬਾਗ ਦੀ ਮੂਲੀ ਨੇ। ਸੋ ਇਹ ਬਾਰ-ਬਾਰ ਹਮਲੇ ਕਰਦੇ ਨੇ। ਉਹ ਇਹ ਦੇਖਦੇ ਨੇ ਪਰਖ ਕੇ ਸਿੱਖ ਕੌਮ ਦੀ ਅਣਖ ਨੂੰ ਕਿ ਦੇਖੀਏ ਕਿ ਹੁਣ ਦੇਖੀਏ 78 ਤੋਂ ਲੱਗੇ ਹੋਏ ਨੇ। ਵੈਸੇ ਤਾਂ ਇਹ 47 ਤੋਂ ਹੀ ਲਗਾਤਾਰ ਤਤਪਰ ਨੇ ਕਿ ਸਿੱਖ ਕੌਮ ਨੂੰ ਦਬਾ ਕੇ ਅਸੀਂ ਰੱਖੀਏ। ਸਿੱਖ ਕੌਮ ਨੂੰ ਦਬਾ ਕੇ ਕੋਈ ਨਹੀਂ ਰੱਖ ਸਕਦਾ, क्योंकि जिन्ना चिर सिख कौम अकाल तख्त साहब नूं समर्पित है ना, उन्ना चिर सिख कौम नूं दबाउण दा तां मत कोई समझे कि सिख कौम नूं दबा लूगा। और ये बार बार ट्राई जरूर करते हैं और आपां उहदा जवाब भी बहुत वधिया दिंदे हैं। लेकिन कदे भी मान साहब भी कह के गए ने, कदे निराशा विच नहीं जाना चाहिए। जिस गल ते आपां जिहड़ी गल कौम करदी है ठोक बजा के करनी चाहिए है। तो देखो कल चार नौजवान हरियाणे दे विच फड़े ने ते उन्हां नूं बब्बर खालसा दे नौजवान बना के पेश करता। कोई जथेबंदी नहीं बोलती, उन्हां नौजवानों लई कोई जथेबंदी बोलती है नहीं। ਜਿਹੜੇ ਬੰਦਿਆਂ ਨੂੰ ਇਹ ਅੱਤਵਾਦੀ ਬਣਾ ਕੇ ਜਾਂ ਖਾੜਕੂ ਸਿੰਘ ਬਣਾ ਕੇ ਪੇਸ਼ ਕਰਕੇ ਇੱਕ ਪੂਰੀ ਦੀ ਪੂਰੀ ਕੌਮ ਤੇ ਦਬਾਅ ਪਾਉਣਾ ਚਾਹੁੰਦੇ ਹੁੰਦੇ ਨੇ, ਹੋਰ ਗੱਲ ਕੁਛ ਨਹੀਂ। ਸੋ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ SGPC ਸਿੱਖਾਂ ਦੀ ਸਭ ਤੋਂ ਵੱਡੀ ਸੰਸਥਾ ਹੈ। ਤੁਸੀਂ ਸਿੰਘ ਸਾਹਿਬ ਆਪਾਂ ਕਹਿ ਦਿੰਦੇ ਆ ਕਿ ਜੀ ਇਹ ਸਾਨੂੰ ਲਲਕਾਰਦੇ ਨੇ, ਇਹ ਕਦੇ ਸਾਨੂੰ ਆਪਾਂ ਕਹਿ ਦਿੰਦੇ ਆ ਕਿ ਸਾਨੂੰ ਡਰਾਉਣਾ ਚਾਹੁੰਦੇ ਨੇ। ਕਦੇ ਅਕਾਲ ਤਖਤ ਸਾਹਿਬ ਇਸ ਗੱਲ ਦੀ ਅਗਵਾਈ ਕਰਕੇ ਕਦੇ ਕੌਮ ਨੂੰ ਆਵਾਜ਼ ਤਾਂ ਮਾਰ ਕੇ ਦੇਖੀਏ, ਫਿਰ ਇਹਨਾਂ ਨੂੰ ਦੱਸੀਏ ਪਤਾ ਵੀ ਲਲਕਾਰੀ ਦਾ ਕਿਵੇਂ ਹੁੰਦਾ। ਇਸ ਤਰ੍ਹਾਂ ਤਾਂ ਨਹੀਂ ਸਿੱਖ ਕੌਮ ਨੂੰ ਦਬਾ ਸਕਦੇ। ਇਹ ਕੌਮ ਖਤਮ ਕਦੇ ਹੋ ਹੀ ਨਹੀਂ ਸਕਦੀ। ਜਿਸ ਕੌਮ ਨੂੰ ਅਕਾਲ ਪੁਰਖ ਵਾਹਿਗੁਰੂ ਨੇ ਆਪ ਪ੍ਰਗਟ ਕੀਤਾ ਉਹ ਕਦੇ ਖਤਮ ਨਹੀਂ ਹੋ ਸਕਦੀ ਹੁੰਦੀ, ਨਾ ਉਹਨੂੰ ਕੋਈ ਕਰ ਸਕਦਾ। ਬੜੇ ਆਏ, ਇੰਦਰਾ ਗਾਂਧੀ ਨੂੰ ਤਾਂ ਵੱਧ ਨਹੀਂ ਆ ਸਕਦੇ, ਪਹਿਲਾਂ ਅਬਦਾਲੀ ਹੋਣੀ ਆਏ, ਮੱਸੇ ਰੰਗੜ ਹੋਣੀ ਆਏ, ਕਦੇ ਕੌਮ ਦਬੀ ਆ। ਜਦ ਦੋ ਵੀ ਰਹਿ ਗਏ ਸੀ ਨਾ, ਉਸ ਵੇਲੇ ਵੀ ਕੌਮ ਨੇ ਅਹਿਸਾਸ ਕਰਾਤਾ ਸੀ ਕਿ ਅਸੀਂ ਹੈਗੇ ਆਂ। ਔਰ ਹੁਣ ਤਾਂ ਆਪਾਂ ਤਾਜ਼ਾ ਇਹਨਾਂ ਨੂੰ ਕਰਾ ਕੇ ਹਟੇ ਆਂ। ਜਿਹੜਾ ਕਿਸਾਨੀ ਸੰਘਰਸ਼ ਆਪਾਂ ਜਿੱਤੇ ਆਂ ਉਹ ਏਕਤਾ ਕਰਕੇ ਜਿੱਤੇ ਆਂ, ਏਕਤਾ ਕਰਕੇ ਜਿੱਤੇ ਆਂ। और नरेंद्र मोदी पहली बार झुकिया और खालसा पंथ ने झुकाया। और ये जिहड़ी रड़क है ना, ये जिहड़ी स्टेट है, इहदे मन चों जांदी नहीं।
ਇਹਦੇ ਸਦੋਂ ਰੜਕਦੀ ਰਹਿਣੀ ਹੈ ਨਰਿੰਦਰ ਮੋਦੀ ਔਰ ਮੋਹਨ ਭਾਗਵਤ ਉਹਨਾਂ ਦੇ ਕਿ ਸਾਨੂੰ ਯਾਰ ਸਿੱਖ ਆਏ, ਸਿੱਖ ਕੌਮ ਸਾਨੂੰ ਹਰਾ ਗਈ। ਔਰ ਪੂਰੇ ਵਰਲਡ ਦੇ ਵਿੱਚ ਇਹ ਜਿਹੜਾ ਕਿਸਾਨੀ ਸੰਘਰਸ਼ ਜਿੱਤਣ ਨਾਲ ਸਿੱਖ ਕੌਮ ਦਾ ਦਬਦਬਾ ਬਣਿਆ ਔਰ ਸਿੱਖ ਕੌਮ ਨੇ ਹੀ ਸੰਘਰਸ਼ ਲੜਿਆ। ਉੱਥੇ ਲੰਗਰ ਵੀ ਸੀ, ਬਾਹਰਲੇ ਸੂਬਿਆਂ ਨੇ ਮਦਦ ਜ਼ਰੂਰ ਕੀਤੀ ਹੈ, ਲੇਕਿਨ ਅਸੀਂ ਉੱਥੇ ਹਾਜ਼ਰ ਰਹੇ ਹਾਂ, ਬਹੁਤ ਥੋੜੀ ਸ਼ਮੂਲੀਅਤ ਸੀ। ਉਹ ਤਾਂ ਆਪਣੀਆਂ ਜਥੇਬੰਦੀਆਂ ਉਹੀ ਕਹਿ ਦਿੰਦੀਆਂ ਹੁੰਦੀਆਂ ਸੀ, ਲਓ ਜੀ ਸਾਰੇ ਹੀ ਦੇਸ਼ ਦਾ। ਸਾਰੇ ਦੇਸ਼ ਦਾ ਕਿੱਥੋਂ ਸੀ? ਕੱਲੀ ਸਿੱਖ ਕੌਮ ਨੂੰ ਲੀਡ ਕਰ ਰਹੀ ਸੀ। ਅਕਾਲ ਤਖਤ ਸਾਹਿਬ ਤੇ ਅਰਦਾਸ ਕਰਕੇ ਜਿਹੜੇ ਸਿੰਘ ਗਏ ਸੀ ਉਹ ਵਾਪਸ ਨਹੀਂ ਸੀ ਮੁੜਦੇ ਔਰ ਫਿਰ ਲਾਲ ਕਿਲੇ ਤੇ ਝੰਡਾ ਚੜਾ ਕੇ ਕੌਮ ਨੇ ਆਪਣੀ ਅਸਾਸਤਾ ਕਰਾਤਾ ਸੀ ਨਾ ਵੀ ਅਸੀਂ ਹੈਗੇ ਆ। ਪਹਿਲਾਂ ਪ੍ਰਧਾਨ ਮੰਤਰੀ ਝੰਡਾ ਚੜਾਉਂਦਾ, ਉਸ ਤੋਂ ਬਾਅਦ ਸਿੱਖ ਕੌਮ ਦੇ ਨੌਜਵਾਨਾਂ ਨੇ ਜਾ ਕੇ ਉੱਥੇ ਝੰਡਾ ਚੜਾਤਾ ਤੇ ਫਿਰ ਆਪਣਾ ਦਬਦਬਾ ਵੀ ਕੌਮ ਨੇ ਦਿਖਾਤਾ ਸੀ। ਲੇਕਿਨ ਹੁੰਦਾ ਕੀ ਹੈ ਕਿ ਜਿਹੜੇ ਆਪਣੇ ਲੀਡਰ ਸਹਿਬਾਨ ਨੇ ਨਾ, ਉਹਨਾਂ ਨੂੰ ਆਪਣੇ ਆਪ ਤੇ ਹੀ ਵਿਸ਼ਵਾਸ ਨਹੀਂ ਹੁੰਦਾ ਕਿ ਅਸੀਂ ਐਡਾ ਕੰਮ ਕਰ ਦਾਂਗੇ। ਇਸ ਵਾਸਤੇ ਤੁਸੀਂ ਏਕਤਾ ਦੀ ਸਿੰਘ ਸਾਹਿਬ ਗੱਲ ਕੀਤੀ, ਬਹੁਤ ਵਧੀਆ ਲੱਗਿਆ। ਕਾਫੀ ਸਮੇਂ ਬਾਅਦ ਅਕਾਲ ਤਖਤ ਸਾਹਿਬ ਦੇ ਸਨਮੁਖ ਇਸ ਤਰ੍ਹਾਂ ਜਥੇਬੰਦੀਆਂ ਇਕੱਠੀਆਂ ਹੋ ਕੇ ਬੈਠੀਆਂ ਨੇ। ਕੁਝ ਜਥੇਬੰਦੀਆਂ ਆਈਆਂ ਵੀ ਨਹੀਂ ਹੈਗੀਆਂ, ਲੇਕਿਨ ਆਉਣਾ ਸਾਰਿਆਂ ਨੂੰ ਚਾਹੀਦਾ ਸੀ, ਕਿਉਂਕਿ ਅਕਾਲ ਤਖਤ ਸਾਹਿਬ ਪਿਛਲੇ ਸਮੇਂ ਤੋਂ ਵੀ ਦੇਖੋ ਜਦ ਕੌਮ ਤੇ ਸੰਕਟ ਆਏ ਨੇ, ਅਕਾਲ ਤਖਤ ਸਾਹਿਬ ਨੇ ਅਗਵਾਈ ਕੀਤੀ ਹੈ ਨਾ, ਤਾਂ ਕੌਮ ਦੀ ਚੜ੍ਹਦੀ ਕਲਾ ਹੋਈ ਹੈ। ਹੁਣ ਵੀ ਕੌਮ ਦੀ ਚੜ੍ਹਦੀ ਕਲਾ ਹੋਊਗੀ। ਜੋ ਪਟਿਆਲੇ ਵਿੱਚ ਕੀਤਾ ਉਹਨਾਂ ਨੌਜਵਾਨਾਂ ਦੇ ਨਾਲ ਸਿੰਘ ਸਾਹਿਬ ਤੁਸੀਂ ਇਹ ਬਿਆਨ ਜਾਰੀ ਕਰੋ, ਕਿਉਂਕਿ ਤੁਹਾਡਾ ਕਹੀ ਹੋਈ ਗੱਲ ਸਾਰੇ ਵਰਲਡ 'ਚ ਜਾਣੀ ਹੈ ਕਿ ਪੂਰੀ ਦੀ ਪੂਰੀ ਸਿੱਖ ਕੌਮ ਉਹਨਾਂ ਨੌਜਵਾਨਾਂ ਦੇ ਨਾਲ ਹੈ। 6 ਜੂਨ ਨੂੰ ਇਹਨਾਂ ਨੇ ਫੇਰ ਇਹੀ ਕੁਝ ਕਰਨਾ। ਉਹ ਵੀ ਜ਼ਰੂਰ ਕਹੋ ਵੀ ਲੈ ਫਿਰ ਪੁੱਤ ਮੇਰੇ ਹੁਣ ਕਰਕੇ ਦਿਖਾਇਓ, ਫਿਰ ਕਰਕੇ ਦਿਖਾਉਣ, ਫਿਰ ਅਸੀਂ ਦੇਖਾਂਗੇ, ਫਿਰ ਤੁਹਾਡੀ ਜ਼ਿੰਮੇਵਾਰੀ ਨਹੀਂ। ਜਦ ਇਹ ਗੱਲ ਅਕਾਲ ਤਖਤ ਸਾਹਿਬ ਤੋਂ ਜਾਣੀ ਹੈ, ਜਦ ਬੱਚੇ ਨੂੰ ਇਸ ਗੱਲ ਦਾ ਪਤਾ ਹੋਊਗਾ ਕਿ ਸਿੰਘ ਸਾਹਿਬ ਅਕਾਲ ਤਖਤ ਸਾਹਿਬ ਸਾਡੇ ਪਿੱਛੇ ਹੈ ਨਾ, ਫਿਰ ਕਿਸੇ ਦੀ ਜ਼ਰੂਰਤ ਪੈਂਦੀ ਹੋ ਨਹੀਂ। ਨਾਲੇ ਇੰਨੇ ਜੋਗੇ ਹੈ ਹੀ ਨਹੀਂ ਕਿ ਸਿੱਖ ਕੌਮ ਨੂੰ ਚੈਲੰਜ ਕਰ ਦੇਣਗੇ। ਇਹ ਤਾਂ 5 ਸਤਕ ਨੇ, ਆਪਾਂ ਇੱਕ ਦਬਾਅ ਬਣਾਈਏ ਕਿ ਇਹਨਾਂ ਦੇ ਗਨਮੈਨ ਹਟਾ ਦਈਏ ਯਾਰ, ਬਾਕੀ ਛੱਡੋ, ਬਾਕੀ ਕੌਮ ਨਜਿੱਠ ਲੈਂਦੀ ਹੁੰਦੀ ਹੈ। ਵੈਸੇ ਗਨਮੈਨਾਂ ਨਾਲ ਵੀ ਆਪਾਂ ਤਾਂ ਨਜਿੱਠਿਆ ਸਾਰਿਆਂ ਨਾਲ, ਕੋਈ ਬੜੀ ਗੱਲ ਨਹੀਂ। ਇਹ ਤਾਂ ਸਿਰਫ ਤੇ ਸਿਰਫ ਅੱਗ ਲਾ ਕੇ ਆਪਦੀਆਂ ਰੋਟੀਆਂ ਸੇਕਦੇ ਨੇ, ਕੋਈ ਏਦੋਂ ਬੜੀ ਗੱਲ ਨਹੀਂ ਹੈਗੀ। ਕੌਮ ਨਜਿੱਠਦੀ ਆਈ ਆ ਔਰ ਨਜਿੱਠੂਗੀ। ਔਰ ਅਸੀਂ ਤੁਹਾਨੂੰ ਸਿੰਘ ਸਾਹਿਬ ਇਹ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਜਿਹੜਾ ਕੌਮ ਤੇ ਹੁਣ ਸਮਾਂ, ਉਹਦੇ ਵਿੱਚ ਅਕਾਲ ਤਖਤ ਸਾਹਿਬ ਅੱਗੇ ਹੋ ਕੇ ਕੌਮ ਦੀ ਅਗਵਾਈ ਕਰੋ। ਤੁਸੀਂ ਹਾਕ ਤਾਂ ਮਾਰ ਕੇ ਦੇਖੋ, ਤੁਸੀਂ ਤਾਂ ਹਾਕ ਹੀ ਨਹੀਂ ਮਾਰੀ ਕਦੇ ਕਿਸੇ ਸਿੰਘ ਸਾਹਿਬਾਨ ਨੇ ਵੀ ਆਓ ਅੱਜ ਲੋੜ ਹੈ। ਫਿਰ ਇਹ ਨੌਜਵਾਨ ਇਹਨਾਂ ਨੂੰ ਵੀ ਦਿਖਾ ਦੇਣਗੇ ਨੀਕਣ ਵਾਲਿਆਂ ਨੂੰ ਕਿ ਕੀ ਭਾਅ ਵਿਕਦੀ ਹੁੰਦੀ ਹੈ। ਕਹਿੰਦਾ ਤਾਂ ਵੀ ਸੀ ਵੀ ਦਿੱਲੀ ਜਾ ਕੇ ਦਿਖਾਇਓ, ਜਿਹੜਿਆਂ ਨੂੰ ਨਸ਼ੇੜੀ ਕਹਿੰਦੇ ਸੀ, ਜਿਹੜਿਆਂ ਨੂੰ ਚਿੱਟੇ ਵਾਲੇ ਕਹਿੰਦੇ ਸੀ, ਫਿਰ ਉਹੀ ਭਜਾਇਆ ਕਿ ਨਹੀਂ, ਬਾਣੀ ਪਾਇਆ ਨਹੀਂ ਨੌਜਵਾਨਾਂ ਨੇ। ਲੇਕਿਨ ਜਦੋਂ ਬਜ਼ੁਰਗ ਰਾਜਨੀਤੀ ਦੇ ਵਿੱਚ ਵੀ, ਮੈਂ ਹਮੇਸ਼ਾ ਇਸ ਗੱਲ ਦੀ ਪ੍ਰੋੜਤਾ ਕਰਦਾ ਹੁੰਦਾ ਕਿ ਨੌਜਵਾਨਾਂ ਦੇ ਹੱਥ ਹੋਣੀ ਚਾਹੀਦੀ ਹੈ ਗੱਲ। ਆਪਾਂ ਜਿਹੜੀ ਪੋਲਿਟਿਕਸ ਆ ਨਾ, ਉਹਦੇ ਵਿੱਚ ਜ਼ਿਆਦਾਤਰ ਬਜ਼ੁਰਗੇ ਫਿੱਟ ਕਰੇ ਹੁੰਦੇ ਨੇ, ਉਹਨਾਂ ਨੂੰ ਲੱਗਦਾ ਹੀ ਨਹੀਂ ਹੁੰਦਾ ਵੀ ਆਹ ਹੋ ਜਾਊਗਾ, ਕਿਉਂਕਿ ਉਮਰ ਦਾ ਤਕਾਜ਼ਾ ਹੁੰਦਾ। ਲੇਕਿਨ ਨੌਜਵਾਨਾਂ ਦੇ ਵਿੱਚ ਇੱਕ ਜੋਸ਼ ਹੁੰਦਾ, ਉਹ ਜੋਸ਼ ਤੁਸੀਂ ਭਰ ਸਕਦੇ ਹੋ। ਤੁਸੀਂ ਭਰੋ, ਤੁਸੀਂ ਅਗਵਾਈ ਕਰੋ, ਕਿਉਂਕਿ 50 ਸਾਲ ਤੋਂ ਉੱਤੇ ਨਹੀਂ ਲੜ ਹੁੰਦਾ। ਫਿਰ ਐਵੇਂ ਆਪਾਂ ਕਹੀਏ ਲੜਨਾ ਤਾਂ ਨੌਜਵਾਨੀ ਨੇ ਹੁੰਦਾ। ਤੁਸੀਂ ਐਤਕੀ ਸੰਗਤ ਦੇ ਕਹੇ ਤੇ ਐਤਕੀ ਇੱਕ ਵਾਰ ਇੱਥੋਂ ਇਹ ਐਲਾਨ ਕਰ ਦੋ ਕਿ ਪੁੱਤ ਮੇਰਿਓ 6 ਜੂਨ ਨੂੰ ਕੋਈ ਪੱਤਾ ਵੀ ਹਿੱਲ ਕੇ ਦਿਖਾਵੇ, ਜੇ ਫੇਰ ਵੀ ਹਿੱਲ ਗਿਆ ਫੇਰ ਅਸੀਂ ਤੁਹਾਨੂੰ ਕੋਈ ਲਾਂਭਾ ਨਹੀਂ ਦਿੰਦੇ। ਲੇਕਿਨ ਕੌਮ ਇੰਨੀ ਜੋਗੀ ਹੈਗੀ ਹੈ, ਲੇਕਿਨ ਕੌਮ ਨੂੰ ਅਗਵਾਈ ਕਰਨ ਵਾਲਾ ਜਥੇਦਾਰ ਚਾਹੀਦਾ। ਮੈਂ ਤਾਂ ਤੁਹਾਨੂੰ ਸਪਸ਼ਟ ਦੱਸਾਂ, ਕਿਉਂਕਿ ਮੈਂ ਗੋਲ ਜੀ ਗੱਲ ਤਾਂ ਨਹੀਂ ਕਰਦਾ ਹੁੰਦਾ, ਮੈਂ ਤਾਂ ਸਰਦਾਰ ਜਗਤਾਰ ਸਿੰਘ, ਭਾਈ ਜਗਤਾਰ ਸਿੰਘ ਉਹਨਾਂ ਦਾ ਸੱਜਣ ਹੈ ਪੂਰਾ, ਠੀਕ ਹੈ ਨਹੀਂ, ਪਰ ਮੈਂ ਤੁਹਾਡੀ ਇੰਨੀ ਕੁ ਰਿਸਪੈਕਟ ਕਰਦਾ ਕਿ ਤੁਸੀਂ ਸ਼ਾਇਦ ਕਲਪਨਾ ਨਹੀਂ ਕਰ ਸਕਦੇ। ਮੈਨੂੰ ਮੈਸੇਜ ਵੀ ਤੁਹਾਡਾ 2-3 ਦਿਨ ਹੋ ਗਏ ਮਿਲਿਆ ਸੀਗਾ ਕਿ ਆਪਾਂ 4 ਘੰਟੇ ਮਿਲਣਾ, ਮੈਂ ਆਉਂਗਾ ਜ਼ਰੂਰ। ਲੇਕਿਨ ਕੌਮ ਦੀ ਜਦ ਗੱਲ ਆਊਗੀ, ਉਹ ਅਗਵਾਈ, ਉਹ ਪ੍ਰੋਗਰਾਮ ਕੌਮ ਪੱਖੀ ਚਾਹੇ ਕੋਈ ਦਵੇ, ਉੱਥੇ ਫਿਰ ਇੱਕ ਦੂਸਰੇ ਤੇ ਟੀਕਾ ਟਿੱਪਣੀਆਂ ਕਰਨ ਦਾ ਸਮਾਂ ਨਹੀਂ ਹੁੰਦਾ। ਹੁਣ 2-3 ਸਮੇਂ ਹੈਗੇ ਨੇ, ਆ ਮੋਰਚੇ ਲੱਗੇ ਹੋਏ ਨੇ 4-5 ਸਿੰਘ ਸਾਹਿਬ, 4-5 ਮੋਰਚੇ ਲੱਗੇ ਹੋਏ ਨੇ। ਉੱਥੇ ਥੋੜੀ ਸੰਗਤ ਹੁੰਦੀ ਆ, ਬਿਲਕੁਲ ਮੋਰਚਿਆਂ ਵਾਲੀ ਗੱਲ ਨਹੀਂ ਉੱਥੇ ਲੱਗਦੀ। ਕਿਉਂ ਨਾ ਇਹਨਾਂ ਸਾਰਿਆਂ ਨੂੰ ਇਕੱਠਾ ਕਰਕੇ ਇੱਕ ਮੋਰਚਾ ਬੰਦੀ ਸਿੰਘਾਂ ਦਾ ਤੇ ਇੱਕ ਹੋਰ ਇਹਨਾਂ ਨਾਲ ਲਾ ਕੇ, ਨਾਲੇ ਆ ਜਿਹੜਾ ਦੂਆ ਲਾਣਾ ਕਹਿੰਦਾ ਸੀ ਕਿ ਸਿੱਖ ਕੌਮ ਆਪਣੇ ਤੌਰ ਤੇ ਲੜ ਕੇ ਦੇਖ ਲਵੇ, ਯਾਰ ਲੜ ਕੇ ਦੇਖ ਤਾਂ ਲਈਏ ਨਾ ਜਿਉਂਦੇ ਜੀ। ਇੱਕ ਮੋਰਚਾ ਸਿੱਖ ਕੌਮ ਬੰਦੀ ਸਿੰਘਾਂ ਲਈ, ਔਰ ਇੱਕ ਹੋਰ ਆਪਣੇ ਜਿਹੜੇ ਕੌਮ ਦੇ ਪੰਜਾਬ ਦੇ
ਮਸਲੇ ਨੇ ਉਹਨਾਂ ਲਈ ਇੱਕ ਮੋਰਚੇ ਦਾ ਜ਼ਰੂਰ ਐਲਾਨ ਕਰੋ ਜਿਸ ਦੀ ਰਹਿਨਮਾਈ ਅਕਾਲ ਤਖਤ ਸਾਹਿਬ ਕਰੇ। ਫਿਰ ਹੱਥ ਦੇਖਿਓ, ਫਿਰ ਇਹਨਾਂ ਨੂੰ ਬਾਣੀ ਕਿਵੇਂ ਨੌਜਵਾਨ ਪਾਉਂਦੇ ਨੇ ਉਹ ਤੁਹਾਡੀ ਰਹਿਨਮਾਈ ਚਾਹੀਦੀ ਆ। ਜਿਵੇਂ ਇੱਕ ਸਿੱਖ ਨੌਜਵਾਨ ਕਹਿ ਕੇ ਗਿਆ ਕਿ ਜਦ ਪਿੱਛੇ ਅਕਾਲ ਤਖਤ ਸਾਹਿਬ ਜਥੇਦਾਰ ਸਾਹਿਬ ਖੜੇ ਹੁੰਦੇ ਨੇ ਨਾ ਫਿਰ ਕੌਮ ਦੁੱਗਣੇ ਚੌਗਣੇ ਜੋਸ਼ ਨਾਲ ਲੜਦੀ ਹੈ। ਲੇਕਿਨ ਬਾਣੀ ਤਾਂ ਹੁਣ ਪਾਈ ਫਿਰਦੇ ਨੇ, ਹੁਣ ਤੱਕ ਤਾਂ ਕੋਈ ਜਥੇਬੰਦੀ ਵੀ ਨਹੀਂ ਪੂਰੀ ਖੜਦੀ, ਬਾਅਦ ਚ ਆਉਂਦੇ ਹੁੰਦੇ ਨੇ ਪ੍ਰੈਸ ਕਾਨਫਰੰਸ ਕਰਨ ਕੇ ਹਾਂ ਜੀ ਆਹ ਹੋ ਗਿਆ ਉਹ ਹੋ ਗਿਆ। ਤੁਸੀਂ ਅੱਜ ਇੱਥੇ ਇਕੱਠ ਕੀਤਾ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਕਿ ਇੱਕ ਵਾਰ ਫੇਰ ਕੌਮ ਸਿਰ ਜੋੜ ਕੇ ਬੈਠੀ, ਤੁਸੀਂ ਸੱਦਾ ਦਿੱਤਾ ਔਰ ਤੁਸੀਂ ਹੁਣ ਅੱਜ ਇੱਥੇ ਇਸ ਗੱਲ ਨੂੰ ਇੱਕ ਪਾਸੇ ਲਾ ਕੇ ਜਾਇਓ। ਇੱਕ ਤਾਂ ਬੰਦੀ ਸਿੰਘਾਂ ਵਾਲਾ ਬਹੁਤ ਜ਼ਰੂਰੀ ਹੈ ਕਿਉਂਕਿ ਸਾਰੀ ਸਿੱਖ ਕੌਮ ਨੂੰ ਚੈਲੰਜ ਹੈ ਕਿ 25-25 ਸਾਲ ਹੋ ਗਏ ਆਪਣੇ ਉਹ ਨੌਜਵਾਨ, ਉਹਨਾਂ ਦੀ ਨਿੱਜ ਦੀ ਲੜਾਈ ਨਹੀਂ ਸੀ, ਕੋਈ ਕੌਮ ਲਈ ਉਹ ਲੜੇ ਨੇ ਔਰ ਉਹਨਾਂ ਵਾਸਤੇ ਸਾਰੀ ਸਿੱਖ ਕੌਮ ਏਕਤਾ ਦਿਖਾ ਕੇ ਇੱਕ ਜਿਹੜੇ ਪੰਜਾਬ ਦੇ ਮਸਲੇ ਨੇ, ਜੇ ਸਾਨੂੰ ਪੱਥਰ ਕੋਲਾ ਮੁੱਲ ਮਿਲ ਸਕਦਾ ਤਾਂ ਫਿਰ ਸਾਡਾ ਪਾਣੀ ਮੁਫਤ ਕਿਵੇਂ ਲਿਜਾ ਸਕਦੇ ਨੇ ਯਾਰ। ਨਹਿਰਾਂ ਨੂੰ ਨੱਕੇ ਕਈ ਲੈ ਕੇ ਲਾਉਣ ਤਾਂ ਚੱਲੀਏ ਨਾ, ਫਿਰ ਇਹਨਾਂ ਨਾਲ ਕਰਾਂਗੇ ਬੈਠ ਕੇ ਗੱਲ। ਜਦ ਮੋੜੇ ਨੱਕੇ ਨਹਿਰਾਂ ਦੇ ਫਿਰ ਆਪੇ ਫਿਰਨਗੇ ਪਿੱਛੇ। ਕਦੇ ਵੀ ਆਪਣੀ ਐਡੀ ਚੜ੍ਹਦੀ ਕਲਾ ਵਾਲੀ ਕੌਮ ਹੈ, ਇੰਨੀਆਂ ਸ਼ਹਾਦਤਾਂ ਨੇ, ਐਡਾ ਵੱਡਾ ਇਤਿਹਾਸ ਆ ਕੌਮ ਦਾ, ਕਦੇ ਬੈਕ ਫੁੱਟ ਤੇ ਪਿੱਛੇ ਨਾ ਚਲੋ, ਅੱਗੇ ਲੱਗੋ, ਪਿੱਛੇ ਇਹ ਤੁਰੇ ਫਿਰਨਗੇ। ਫਿਰ ਇਹਨਾਂ ਨਾਲ ਕਿਸਾਨੀ ਸੰਘਰਸ਼ ਦੇ ਵਿੱਚ ਪਿੱਛੇ ਪਿੱਛੇ ਤੁਰੇ ਫਿਰਦੇ ਸੀ। ਜਦ ਜਦ ਕੌਮ ਦਾ ਦਬਦਬਾ ਹੋਊਗਾ, ਜਦ ਜਦ ਕੌਮ ਸਮਰੱਥਾ ਨਾਲ ਲੜੂਗੀ। ਆਪਾਂ ਦੇਖਿਆ ਕਿ 26 ਜਨਵਰੀ ਤੋਂ ਬਾਅਦ ਕਿਸਾਨ ਜਥੇਬੰਦੀਆਂ ਜਿਹੜੀਆਂ ਬਾਰ-ਬਾਰ ਇਹ ਗੱਲ ਕਹਿੰਦੀਆਂ ਸੀ ਕੌਮ ਦੀ ਲੜਾਈ ਨਹੀਂ ਜੀ, ਕੌਮ ਦੀ ਨਹੀਂ, ਇਹਨੂੰ ਧਾਰਮਿਕ ਨਾ ਬਣਾਓ, ਕੋਈ ਚਪੜਾਸੀ ਵੀ ਨਹੀਂ ਮਿਲਣ ਆਇਆ। ਲੇਕਿਨ ਜਿੰਨਾ ਚਿਰ 26 ਜਨਵਰੀ ਤੱਕ ਕੌਮ ਦਾ ਦਬਦਬਾ ਸੀ ਨਾ, ਹਰ ਇੱਕ ਦਿਨ ਛੱਡ ਕੇ ਮੀਟਿੰਗ ਹੁੰਦੀ ਸੀ। ਕੌਮਾਂ ਹੀ ਸਟੇਟ ਨਾਲ ਟਕਰਾਉਂਦੀਆਂ ਹੁੰਦੀਆਂ ਨੇ। ਮੈਂ ਇਸ ਗੱਲ ਦਾ ਹਮੇਸ਼ਾ ਜ਼ੋਰ ਦਿੰਦਾ ਹੁੰਦਾ ਕਿ ਜਦੋਂ ਵੀ ਸਟੇਟ ਨਾਲ ਦਿੱਲੀ ਨਾਲ ਟਕਰਾਊਗੀ ਤਾਂ ਕੌਮ ਟਕਰਾਊਗੀ, ਕਦੇ ਯੂਨੀਅਨਾਂ ਸਟੇਟਾਂ ਨਾਲ ਨਹੀਂ ਟਕਰਾਉਂਦੀਆਂ ਹੁੰਦੀਆਂ, ਕੌਮਾਂ ਸਟੇਟਾਂ ਨਾਲ ਟਕਰਾਉਂਦੀਆਂ ਨੇ। ਅਕਾਲ ਤਖਤ ਸਾਹਿਬ ਦੀ ਰਹਿਨਮਾਈ ਹੇਠ ਤੁਸੀਂ ਅੱਜ ਇੱਥੇ ਇੱਕ ਪੂਰੀ ਚੜ੍ਹਦੀ ਕਲਾ ਵਾਲਾ ਪ੍ਰੋਗਰਾਮ ਦੇ ਕੇ ਤਾਂ ਦੇਖੋ, ਕੌਮ ਨੂੰ ਬੰਗਾਰ ਕੇ ਤਾਂ ਦੇਖੋ। ਕੌਮ ਤਾਂ ਤਿਆਰ ਬੈਠੀ ਹੈ, ਸੀਸ ਤਲੀ ਤੇ ਰੱਖ ਕੇ ਲੜਨ ਨੂੰ ਸਾਰੀ ਕੌਮ ਤਿਆਰ ਹੈ। ਔਰ ਤੁਹਾਡਾ ਬਹੁਤ ਬਹੁਤ ਧੰਨਵਾਦ ਸਿੰਘ ਸਾਹਿਬ, ਤੁਸੀਂ ਕੌਮ ਨੂੰ ਸਿਰ ਜੋੜ ਕੇ ਬੈਠਣ ਦਾ ਮੌਕਾ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।